स्टूडेंट BA सैकेंड ईयर 4th ਸਮੈਸਟਰ। ਅੱਜ ਅਸੀਂ ਹਾਸ਼ਮ ਦੀ ਰਚਨਾ ਜਿਹੜੀ ਹੈ ਸੱਸੀ ਪੁੰਨੂ ਦਾ ਵਿਸ਼ਾ ਕੀ ਹੈ, ਉਸ ਰਚਨਾ ਦਾ ਸਾਰ ਕੀ ਹੈ ਉਹ ਕਰਾਂਗੇ। ਹਾਸ਼ਮ ਸਿੱਖ ਰਾਜ ਕਾਲ ਦਾ ਇੱਕ ਪ੍ਰਸਿੱਧ ਕਿੱਸਾਕਾਰ ਅਤੇ ਸੂਫੀ ਕਵੀ ਹੋਇਆ ਹੈ। ਉਸ ਦਾ ਕਿੱਸਾ ਸੱਸੀ ਪੁੰਨੂ ਪੰਜਾਬੀ ਕਿੱਸਾ ਕਾਵਿ ਵਿੱਚ ਆਪਣਾ ਨਿਵੇਕਲਾ ਸਥਾਨ ਰੱਖਦਾ ਹੈ, ਜਿਸ ਬਾਰੇ ਬਾਬਾ ਬੁੱਧ ਸਿੰਘ ਨੇ ਕਿਹਾ ਹੈ, ਹਾਸ਼ਮ ਨੇ ਸੱਸੀ ਕਾਹਦੀ ਲਿਖੀ, ਘਰ ਘਰ ਬਿਰਹੋਂ ਦੀ ਅੱਗ ਲਾ ਦਿੱਤੀ, ਵਿਛੋੜੇ ਦੀ ਅੱਗ ਲਾ ਦਿੱਤੀ। ਮੱਧਕਾਲੀ ਕਾਵਿ-ਸੰਬੰਧੀਆਂ ਕਾਵਿ ਗ੍ਰਹਿ ਵਿੱਚ ਹਾਸ਼ਮ ਦੀ ਸੱਸੀ ਦਾ ਪਿਛਲਾ ਭਾਗ ਦਿੱਤਾ ਗਿਆ ਹੈ। ਇਸ ਵਿੱਚ ਸੱਸੀ ਪੁੰਨੂ ਦੀ ਪ੍ਰੀਤ ਕਹਾਣੀ ਦਾ ਆਰੰਭ ਉੱਥੋਂ ਹੁੰਦਾ ਹੈ ਜਦੋਂ ਪੁੰਨੂ ਦੇ ਭਰਾ ਉਸ ਨੂੰ ਸ਼ਰਾਬ ਵਿੱਚ ਬੇਹੋਸ਼ ਕਰਕੇ ਸੁੱਤੀ ਪਈ ਸੱਸੀ ਨਾਲੋਂ ਚੌਕੀ ਊਠ 'ਤੇ ਬਿਠਾ ਕੇ ਲੈ ਜਾਂਦੇ ਹਨ। ਜਦੋਂ ਸੱਸੀ ਨੂੰ ਜਾਗ ਆਉਂਦੀ ਹੈ ਤਾਂ ਉਹ ਪੁੰਨੂ ਦੇ ਬਿਰਹੋਂ ਵਿੱਚ ਤੜਫ ਉੱਠਦੀ ਹੈ ਅਤੇ ਉਸ ਦਾ ਪਿੱਛਾ ਕਰਨ ਦਾ ਮਨ ਬਣਾ ਲੈਂਦੀ ਹੈ। ਉਹ ਮੁੜ ਪੁੰਨੂ ਦੇ ਰਾਹ ਵਿੱਚ ਦੌੜ ਰਹੀ ਸੀ। ਉਸ ਦੀ ਮਾਂ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਉਹ ਪੁੰਨੂ ਦਾ ਪਿੱਛਾ ਨਾ ਕਰੇ, ਕਿਉਂਕਿ ਉਹ ਅਤੇ ਉਸ ਦੇ ਭਰਾ ਨੇ ਉਸ ਨੂੰ ਉਸ ਦੇ ਧੋਬੀਆਂ ਦੀ ਨੀਵੀਂ ਜਾਤ ਨਾਲ ਸੰਬੰਧਿਤ ਹੋਣ ਕਰਕੇ ਛੱਡ ਗਏ ਹਨ। ਪਰ ਸੱਸੀ ਉਸ ਨਾਲ ਸਹਿਮਤ ਨਹੀਂ ਸੀ। ਉਹ ਕਹਿ ਰਹੀ ਸੀ ਕਿ ਪੁੰਨੂ ਦੇ ਭਰਾ ਉਸ ਨੂੰ ਬੇਹੋਸ਼ ਪਏ ਨੂੰ ਚੁੱਕ ਕੇ ਲੈ ਗਏ ਹਨ। ਜੇਕਰ ਉਸ ਨੂੰ ਰਤਾ ਵੀ ਹੋਸ਼ ਹੁੰਦੀ ਤਾਂ ਉਹ ਉਹਨਾਂ ਨਾਲ ਕਦੇ ਵੀ ਨਾ ਜਾਂਦਾ। ਸੱਸੀ ਦੀ ਮਾਂ ਨੇ ਉਸ ਨੂੰ ਫਿਰ ਸਮਝਾਇਆ ਅਤੇ ਕਿਹਾ ਕਿ ਜੇਕਰ ਉਸ ਦੀ ਗੱਲ ਠੀਕ ਹੈ ਤਾਂ ਉਹ ਪੁੰਨੂ ਪਿੱਛੇ ਆਪ ਹੀ ਨਾ ਜਾਵੇ, ਕਿਉਂਕਿ ਉਹ ਹੋਸ਼ ਪਰਤਣ ਉੱਤੇ ਆਪ ਹੀ ਉਸ ਕੋਲ ਆ ਜਾਵੇਗਾ। ਪਰ ਸੱਸੀ ਨੂੰ ਜਾਪਦਾ ਸੀ ਕਿ ਉਸ ਦੇ ਪਾਪੀ ਅਤੇ ਕੁਰਕਰਮੀ ਭਰਾ ਉਸ ਨੂੰ ਵਾਪਸ ਨਹੀਂ ਆਉਣ ਦੇਣਗੇ, ਇਸ ਕਰਕੇ ਉਸ ਦੇ ਪਿੱਛੇ ਜ਼ਰੂਰ ਜਾਵੇਗੀ। ਉਸ ਦੀ ਮਾਂ ਨੇ ਉਸ ਨੂੰ ਫਿਰ ਇਹ ਕਹਿ ਕੇ ਮੋੜਿਆ ਕਿ ਵਿਦੇਸ਼ਾਂ ਵਿੱਚ ਉਸ ਦਾ ਕੋਈ ਜ਼ੋਰ ਨਹੀਂ ਚੱਲੇਗਾ, ਇਸ ਕਰਕੇ ਉਹ ਪੁੰਨੂ ਦੇ ਮਗਰ ਨਾ ਜਾਵੇ। ਪਰ ਸੱਸੀ ਨੇ ਕਿਹਾ ਕਿ ਦਿਲਬਰ ਹਮੇਸ਼ਾ ਬੇਪਰਵਾਹ ਹੁੰਦੇ ਆ, ਉਸ ਨੂੰ ਆਪਣੇ ਬੇਪਰਵਾਹ ਦਿਲਬਰ ਦੀ ਆਪ ਭਾਲ ਕਰਨੀ ਪਵੇਗੀ। ਇਸ ਪਿੱਛੋਂ ਸੱਸੀ ਦੀ ਮਾਂ ਨੇ ਉਸ ਨੂੰ ਮਾਰੂਥਲ ਦੇ ਦੁੱਖਾਂ ਬਾਰੇ ਦੱਸ ਕੇ ਰੋਕਣਾ ਚਾਹਿਆ, ਪਰ ਉਸ ਨੇ ਉੱਤਰ ਦਿੱਤਾ ਕਿ ਜਿੰਨਾ ਚਿਰ ਉਸ ਵਿੱਚ ਸਾਹ ਹੈ ਉਹ ਜਾਨ ਤਲੀ 'ਤੇ ਰੱਖ ਕੇ ਆਪਣੇ ਪ੍ਰੇਮੀ ਦੀ ਚਰਨ ਛੋਹ ਪ੍ਰਾਪਤ ਕਰਨ ਜਾਵੇਗੀ। ਜੇਕਰ ਇਹ ਸੰਭਵ ਨਾ ਹੋ ਸਕਿਆ ਤਾਂ ਮਾਰੂਥਲ ਵਿੱਚ ਹੀ ਆਪਣੀ ਜਾਨ ਦੇ ਦੇਵੇਗੀ। ਇਸ ਪਿੱਛੋਂ ਸੱਸੀ ਬੰਧਨਾਂ ਤੋਂ ਮੁਕਤ ਹੋ ਕੇ ਪਰਦੇਸਨ ਬੰਦੀ ਹੋਈ ਮਾਰੂਥਲ ਦੇ ਰਾਹ ਉੱਤੇ ਤੁਰ ਪਈ। ਉਸ ਨੇ ਆਪਣੇ ਸਫ਼ਰ ਲਈ ਆਪਣੇ ਖੂਨ ਨੂੰ ਪਾਣੀ, ਕਲੇਜੇ ਨੂੰ ਖੁਰਾਕ ਅਤੇ ਹਿਜਰ ਦੇ ਦਰਦ ਨੂੰ ਮਾਰਗਦਰਸ਼ਕ ਬਣਾ ਲਿਆ। ਉਸ ਦੇ ਵਾਲ ਖੁੱਲ੍ਹੇ ਹੋਏ ਸਨ ਅਤੇ ਉਸ ਦੇ ਅੰਦਰ ਇੰਨਾ ਤੀਬਰ ਦਰਦ ਸੀ ਕਿ ਉਸ ਨੇ ਸੂਰਜ ਅਤੇ ਚੰਦ ਦੇ ਸੀਨੇ ਵੀ ਜ਼ਖਮੀ ਕਰ ਦਿੱਤੇ ਸਨ। ਦੁਪਹਿਰ ਵੇਲੇ ਸਖਤ ਗਰਮੀ ਹੋ ਗਈ ਸੀ। ਤਪਦੀ ਹਵਾ ਵਿੱਚ ਸਮਾਨਾਂ ਦੇ ਪੰਛੀ ਵੀ ਮਰ ਮਰ ਕੇ ਹੇਠਾਂ ਡਿੱਗ ਰਹੇ ਸਨ। ਇਸ ਤਰ੍ਹਾਂ ਜਾਪਦਾ ਸੀ ਕਿ ਸਾਰੇ ਮਾਰੂਥਲ ਵਿੱਚ ਅੱਗ ਦਾ ਦਰਿਆ ਖੜ੍ਹਾ ਹੋਵੇ। ਬਾਲੂ ਰੇਤ ਭੱਠੀ ਵਾਂਗ ਤਪ ਰਹੀ ਸੀ, ਪਰ ਸੱਸੀ ਇਹਨਾਂ ਤੋਂ ਘਬਰਾਈ ਨਾ, ਸਗੋਂ ਉਸ ਦਾ ਲੂ ਪੁੰਨੂ ਨੂੰ ਪੁਕਾਰ ਰਿਹਾ ਸੀ ਅਤੇ ਉਹ ਅੱਗੇ ਤੁਰਦੀ ਜਾ ਰਹੀ ਸੀ। ਉਸ ਦੇ ਦਿਲ ਵਿੱਚ ਵਿਛੋੜੇ ਦੀ ਅੱਗ ਸੀ ਅਤੇ ਬਾਹਰ ਮਾਰੂਥਲ ਦਾ ਸੇਕ। ਉਸ ਦੇ ਨੈਣ ਉਸ ਦੇ ਬੁੱਲ੍ਹਾਂ ਵਿੱਚ ਪਾਣੀ ਚੁਆ ਕੇ ਉਸ ਨੂੰ ਹੌਸਲਾ ਦੇ ਰਹੇ ਸਨ, ਪਰ ਮਾਰੂਥਲ ਦੇ ਭਿਆਨਕ ਦੁੱਖ ਨੇ ਉਸ ਨੂੰ ਭੰਬੋਰ ਸ਼ਹਿਰ ਯਾਦ ਕਰਾ ਦਿੱਤਾ। ਉਹ ਕੁਰਲਾ ਰਹੀ ਸੀ ਕਿ ਜੇਕਰ ਉਸ ਨੂੰ ਪਤਾ ਹੁੰਦਾ ਕਿ ਪੁੰਨੂ ਨੇ ਉਹਨੂੰ ਸੁੱਤੀ ਨੂੰ ਛੱਡ ਜਾਣਾ ਹੈ ਤਾਂ ਉਹ ਇੱਕ ਪਲ ਲਈ ਅੱਖ ਨਾ ਚਮਕਦੀ। ਹੁਣ ਉਸ ਲਈ ਪਿੱਛੇ ਮੁੜਨਾ ਵੀ ਔਖਾ ਸੀ ਅਤੇ ਕੇਚਮ ਸ਼ਹਿਰ ਪਹੁੰਚਣਾ ਵੀ ਔਖਾ ਸੀ। ਉਹ ਡਿੱਗਦੀ ਢਹਿੰਦੀ ਹੋਈ ਊਠ ਦੇ ਖੁਰੇ ਨੂੰ ਲੱਭ ਰਹੀ ਸੀ। ਅਚਾਨਕ ਉਸ ਨੂੰ ਊਠ ਦਾ ਇੱਕ ਖੁਰਾ ਨਜ਼ਰੀ ਆ ਗਿਆ। ਇਹ ਤਾਂ ਉਸ ਲਈ ਅੰਮ੍ਰਿਤ ਦਾ ਜਾਮ ਸੀ। ਉਸ ਦੀ ਨਜ਼ਰ ਦੀ ਨੂਰ ਦਿਲ ਦੇ ਰੋਗ ਦਾ ਦਾਰੂ ਜਾਂ ਕੇਚਮ ਸ਼ਹਿਰ ਦਾ ਕਾਸਤ ਸੀ। ਉਸ ਨੇ ਖੁਰੇ ਨੂੰ ਗਲ ਨਾਲ ਲਾਇਆ, ਪਰ ਫਿਰ ਵੀ ਉਸ ਨੇ ਅਜਿਹਾ ਵੀ ਨਾ ਕੀਤਾ, ਇਸ ਡਰ ਕਾਰਨ ਕਿ ਕਿਤੇ ਉਹ ਮਿਟ ਨਾ ਜਾਵੇ। ਮਾਰੂਥਲ ਵਿੱਚ ਕਾਕਾ ਨਾਂ ਦਾ ਇੱਕ ਅਯਾਲੀ ਰਹਿੰਦਾ ਸੀ। ਸੱਸੀ ਨੇ ਉਸ ਨੂੰ ਦੂਰੋਂ ਦੇਖਿਆ ਅਤੇ ਉਸ ਨਾਲ ਚੱਲ ਪਈ। ਉਸ ਨੇ ਖੁਰੇ ਉੱਪਰ ਨਿਸ਼ਾਨੀ ਵਜੋਂ ਚੁੰਨੀ ਰੱਖ ਦਿੱਤੀ। ਅਯਾਲੀ ਉਸ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਡਰ ਗਿਆ। ਉਹ ਸੋਚ ਰਿਹਾ ਸੀ ਕਿ ਆਦਮੀ ਦੇ ਨਕਸ਼ ਦੀ ਜਨਾਨੀ ਮਾਰੂਥਲ ਵਿੱਚ ਕਦੇ ਨਹੀਂ ਆਉਂਦੀ। ਉਸ ਨੂੰ ਆਫਤ ਸਮਝ ਕੇ ਆਪ ਉਸ ਤੋਂ ਲੁਕ ਛਿਪ ਕੇ ਜਾਨ ਬਚਾਉਣ ਦੇ ਉਪਰਾਲੇ ਕਰਨ ਲੱਗ ਪਿਆ। ਅਯਾਲੀ ਵੱਲੋਂ ਨਿਰਾਸ਼ ਹੋਈ ਸੱਸੀ ਮੁੜ ਖੁਰੇ ਵੱਲ ਆ ਗਈ। ਉਹ ਬੜੀ ਮੁਸ਼ਕਲ ਨਾਲ ਉੱਥੇ ਪਹੁੰਚੀ। ਇੱਥੇ ਪਹੁੰਚਦਿਆਂ ਉਸ ਦੀ ਜਾਨ ਜਵਾਬ ਦਿੰਦੀ ਜਾ ਰਹੀ ਸੀ।
ਉਹ ਬੁਰੀ ਤਰ੍ਹਾਂ ਰੋ ਕੁਰਲਾ ਰਹੀ ਸੀ। ਉਹ ਉਸ ਡਾਚੀ ਨੂੰ ਵੱਧ ਦੁਆਵਾਂ ਦੇਣ ਲੱਗੀ ਜਿਹੜੀ ਪੁੰਨੂ ਨੂੰ ਉਸ ਕੋਲੋਂ ਵਿਛੋੜ ਕੇ ਲੈ ਗਈ ਸੀ, ਪਰ ਮਗਰੋਂ ਉਸ ਨੂੰ ਉਸ ਡਾਚੀ ਨੂੰ ਵੱਧ ਦੁਆ ਦੇਣੀ ਇੱਕ ਬੇਅਦਬੀ ਜਾਪੀ ਜਿਸ ਉੱਪਰ ਉਸ ਦੇ ਤੇ ਯਾਰ ਨੇ ਸਵਾਰੀ ਕੀਤੀ ਸੀ। ਅੰਤ ਸੱਸੀ ਨੇ ਖੁਰੇ ਉੱਤੇ ਆਪਣਾ ਸਿਰ ਰੱਖ ਦਿੱਤਾ ਤੇ ਉਸ ਦੀ ਮੌਤ ਆ ਗਈ। ਉਸ ਨੇ ਆਪਣੀ ਯਾਰ ਨੂੰ ਖੁਸ਼ ਰਹਿਣ ਦੀ ਅਸੀਸ ਦਿੱਤੀ ਅਤੇ ਰੱਬ ਦਾ ਸ਼ੁਕਰ ਕੀਤਾ ਕਿ ਉਹ ਇਸ਼ਕ ਵਿੱਚ ਪੂਰੀ ਉਤਰੀ ਹੈ। ਇਹ ਦੇਖ ਕੇ ਅਯਾਲੀ ਹੈਰਾਨ ਰਹਿ ਗਿਆ। ਉਹ ਸੋਚਣ ਲੱਗਾ ਕਿ ਇਹ ਕਿਤੇ ਕੋਈ ਜਨਾਨੀ ਹੀ ਨਾ ਹੋਵੇ ਜੋ ਕਿ ਪਾਣੀ ਤੋਂ ਬਿਨਾਂ ਮਰ ਰਹੀ ਹੋਵੇ। ਉਹ ਇੱਜੜਾਂ ਨੂੰ ਛੱਡ ਕੇ ਡਰਦਾ ਡਰਦਾ ਉਸ ਕੋਲ ਪੁੱਜਾ। ਸੱਸੀ ਦੀ ਸੂਰਤ ਹਾਲ ਨੂੰ ਦੇਖ ਕੇ ਉਸਦੇ ਮਨ ਵਿੱਚ ਦੁਨੀਆ ਤੇ ਪਰਿਵਾਰ ਤੋਂ ਉਦਾਸੀਨਤਾ ਪੈਦਾ ਹੋ ਗਈ। ਉਹ ਸੰਸਾਰ ਨੂੰ ਨਾਸ਼ਮਾਨ ਜਾਣ ਕੇ ਫਕੀਰ ਬਣ ਗਿਆ। ਉਸ ਨੇ ਸੱਸੀ ਦੀ ਕਬਰ ਬਣਾ ਕੇ ਉਸ ਨੂੰ ਉੱਥੇ ਦੱਬ ਦਿੱਤਾ ਤੇ ਆਪ ਨੰਗੇ ਸਿਰ ਪੈਰੀ ਗਲ ਵਿੱਚ ਕਫਨੀ ਪਾ ਕੇ ਕਬਰ ਦੇ ਸਿਰਹਾਣੇ ਬੈਠ ਗਿਆ। ਹੁਣ ਸੱਸੀ ਦੀ ਰੂਹ ਉੱਡ ਕੇ ਪੁੰਨੂ ਕੋਲ ਪਹੁੰਚੀ। ਉਸ ਨੇ ਉਸ ਦੀ ਕਾਠੀ ਵਿੱਚ ਸੁੱਤੇ ਪਏ ਪੁੰਨੂ ਨੂੰ ਸੁਪਨੇ ਵਿੱਚ ਜਗਾਇਆ ਤੇ ਸੱਸੀ ਦੀ ਮੌਤ ਦੀ ਖਬਰ ਦੱਸੀ। ਇਹ ਦੇਖ ਕੇ ਪੁੰਨੂ ਇੱਕਦਮ ਉੱਠ ਬੈਠਾ। ਉਸ ਦਾ ਮਨ ਬੇਕਰਾਰ ਹੋ ਗਿਆ। ਸਾਰੀ ਗੱਲ ਜਾਣ ਕੇ ਉਸ ਨੇ ਆਪਣੇ ਊਠ ਨੂੰ ਮੋੜ ਲਿਆ, ਪਰ ਉਸ ਦੇ ਭਰਾ ਉਸ ਨੂੰ ਪਿੱਛੇ ਨਹੀਂ ਸੀ ਮੁੜਨ ਦਿੰਦੇ। ਉਹ ਕਹਿੰਦੇ ਸਨ ਕਿ ਉਸ ਦਾ ਬਾਪ ਉਸ ਦੇ ਵਿਛੋੜੇ ਵਿੱਚ ਰੋ ਰੋ ਕੇ ਅੰਨਾ ਹੋ ਗਿਆ। ਉਹ ਉਸ ਨੂੰ ਦੇ ਕੇ ਪਰਤ ਆਵੇ, ਪਰ ਪੁੰਨੂ ਨਾ ਮੰਨਿਆ ਅਤੇ ਭਰਾਵਾਂ ਨੂੰ ਜਿੱਦ ਤੋਂ ਨਾ ਟਲਦੇ ਦੇ ਕੇ ਉਸ ਨੇ ਕਟਾਰੀ ਕੱਢ ਕੇ ਉਸ ਨੂੰ ਡਰਾ ਦਿੱਤਾ ਤੇ ਆਪਣੇ ਊਠ ਨੂੰ ਨਾਲ ਲੈ ਕੇ ਸੱਸੀ ਵੱਲ ਤੁਰ ਪਿਆ। ਉਸ ਨੇ ਊਠ ਨੂੰ ਕਿਹਾ ਕਿ ਉਹ ਛੇਤੀ ਤੁਰੇ, ਉਸ ਨੂੰ ਸੱਸੀ ਕੋਲ ਲੈ ਚੱਲੇ। ਉਹ ਇਸ ਬਦਲੇ ਉਸ ਦੀ ਬਹੁਤ ਸੇਵਾ ਕਰੇਗਾ। ਊਠ ਬੜੀ ਤੇਜ਼ੀ ਨਾਲ ਤੁਰਦਾ ਹੋਇਆ ਸੱਸੀ ਦੀ ਕਬਰ ਕੋਲ ਆ ਪੁੱਜਾ। ਤਾਜੀ ਕਬਰ ਦੇ ਕੇ ਸ਼ਹਿਜ਼ਾਦੇ ਨੇ ਉੱਥੇ ਊਠ 'ਤੇ ਬੈਠੇ ਉਸ ਫਕੀਰ ਤੋਂ ਪੁੱਛਿਆ ਕਿ ਇੱਥੇ ਕਿਹੜਾ ਬਜ਼ੁਰਗ ਸਮਾਇਆ ਹੈ। ਉਸ ਨੇ ਉਸ ਨੂੰ ਸਾਰੀ ਗੱਲ ਦੱਸੀ। ਇੱਥੇ ਇੱਕ ਪਰੀ ਵਰਗੀ ਸੂਰਤ ਦੀ ਮਾਲਕ ਜਨਾਨੀ ਸੂਰਜ ਦੀ ਗਰਮੀ ਨਾਲ ਮਰ ਗਈ ਸੀ। ਉਹ ਪੁੰਨੂ ਦਾ ਨਾਂ ਜਪ ਰਹੀ ਸੀ ਅਤੇ ਇਸ਼ਕ ਦੇ ਦਰਦ ਦੀ ਮਾਰੀ ਹੋਈ ਜਾਪਦੀ ਸੀ। ਇਹ ਸੁਣ ਕੇ ਉਹ ਪੁੰਨੂ ਨੂੰ ਸੱਸੀ ਵਿਛੋੜੇ ਦਾ ਤੀਰ ਲੱਗਾ ਅਤੇ ਉਹ ਧਰਤੀ ਉੱਤੇ ਡਿੱਗ ਪਿਆ। ਇਸ ਸਮੇਂ ਹੀ ਸੱਸੀ ਦੀ ਕਬਰ ਖੁੱਲ੍ਹ ਗਈ ਤੇ ਉਹ ਵੀ ਉਸ ਵਿੱਚ ਡਿੱਗ ਪਿਆ। ਇਸ ਤਰ੍ਹਾਂ ਦੋਵੇਂ ਪ੍ਰੇਮੀ ਫੇਰ ਮਿਲ ਗਏ। ਉਹਨਾਂ ਦੇ ਇਸ਼ਕ ਦੀ ਕਹਾਣੀ ਸਦਾ ਅਮਰ ਰਹੇਗੀ। ਅੱਗੇ ਹੈ ਹਾਸ਼ਮ ਦੇ ਕਿੱਸੇ। ਸੱਸੀ ਪੁੰਨੂ ਦਾ ਜਿੰਨਾ ਭਾਗ ਤੁਹਾਡੀ ਪਾਠ-ਪੁਸਤਕ ਦਰਜ ਹੈ ਉਹਦਾ ਕੇਂਦਰੀ ਭਾਵ। ਸੱਸੀ ਅਤੇ ਪੁੰਨੂ ਦਾ ਪਿਆਰ ਸੱਚਾ ਸੀ। ਉਹ ਇੱਕ ਦੂਜੇ ਦਾ ਵਿਛੋੜਾ ਨਹੀਂ ਸੀ ਸਹਾਰ ਸਕਦੇ। ਪੁੰਨੂ ਦੇ ਵਿਛੋੜੇ ਤੜਪਦੀ ਸੱਸੀ ਨੇ ਉਸਦੀ ਡਾਚੀ ਦਾ ਪਿੱਛਾ ਕਰਦਿਆਂ ਤਪਦੇ ਮਾਰੂਥਲ ਵਿੱਚ ਜਾਨ ਦੇ ਦਿੱਤੀ ਅਤੇ ਮਗਰੋਂ ਪੁੰਨੂ ਜਦੋਂ ਉਸ ਦੀ ਕਬਰ ਕੋਲ ਪੁੱਜਾ ਤਾਂ ਉਸ ਦੀ ਜਾਨ ਵੀ ਨਿਕਲ ਗਈ। ਸੱਸੀ ਦੀ ਕਬਰ ਖੁੱਲ੍ਹ ਗਈ ਤੇ ਦੋਵੇਂ ਦਿਲ ਜਾਨੀ ਫਿਰ ਉਸ ਵਿੱਚ ਇਕੱਠੇ ਹੋ ਗਏ, ਮਤਲਬ ਸਮਾ ਗਏ। ਇੱਕੋ ਹੀ ਜਿਹੜੀ ਕਬਰ ਸੀ ਉਹਦੇ ਵਿੱਚ ਉਹਨਾਂ ਨੂੰ ਉਹ ਦਫਨ ਹੋ ਗਏ। ਇਹ ਸੀ ਹਾਸ਼ਮ ਦੇ ਕਿੱਸੇ। ਸੱਸੀ ਪੁੰਨੂ ਦੇ ਪ੍ਰਸੰਗ ਸਹਿਤ ਵਿਆਖਿਆ ਵੀ ਆਪਾਂ ਕਰ ਲਈ ਹੈ, ਇਹ ਸਾਰ ਵੀ ਕਰ ਲਿਆ ਤੇ ਇਹ ਕੇਂਦਰੀ ਭਾਵ ਵੀ ਕਰ ਲਿਆ। ਇਹ ਤਿੰਨੇ ਚੀਜ਼ਾਂ ਆਪਾਂ ਕਰ ਲਈਆਂ ਨੇ। ਅੱਗੇ ਜਿਹੜੇ ਹਾਸ਼ਮ ਦੇ ਜਿਹੜੇ ਦੋਹੜੇ ਨੇ ਉਹ ਆਪਾਂ ਅੱਗੇ ਜਦੋਂ ਕੰਮ ਨਵਾਂ ਕੀਤਾ ਉਹਦੇ ਵਿੱਚ ਕਰਾਂਗੇ। ਧੰਨਵਾਦ।